हेलो स्टूडेंट्स, ਅਸੀਂ ਅੱਜ ਕਰਨਾ ਹੈ ਕੂਲਮਸ ਲੋ ਇਨ ਵੈਕਟਰ ਫਾਰਮ। ਤੇ ਹੁਣ ਆਪਾਂ ਪੜ੍ਹਦੇ ਆਂ ਪਿੱਛੇ ਵੀ ਕੂਲਮਸ ਲੋ ਆਪਾਂ ਉਦੋਂ ਯੂਜ਼ ਕਰਦੇ ਆਂ ਕਿ ਜਦੋਂ ਦੋ ਚਾਰਜ ਆਪਸ ਵਿੱਚ ਇੰਟਰੈਕਟ ਜਾਂ ਰਿਪੈਲ ਕਰਦੇ ਆ ਤੇ ਉਦੋਂ ਹੀ ਆਪਾਂ ਕੂਲਮਸ ਲੋ ਨੂੰ ਯੂਜ਼ ਕਰਦੇ ਆਂ। ਬਾਕੀਆਂ ਲਈ ਕੋਈ ਸਭ ਤੋਂ ਹੋਰ ਲੋ ਹੁੰਦੇ ਆ। ਜਿੱਦਾਂ ਹੁਣ ਆਪਾਂ ਇਹ ਜਦੋਂ ਕਰਨਾ ਹੈ ਆਪਾਂ ਜਿਵੇਂ ਮੈਂ ਦੱਸਿਆ ਤੁਹਾਨੂੰ ਕਿ ਕੂਲਮਸ ਲੋ ਸਭ ਤੋਂ ਦੋ ਪੁਆਇੰਟ ਚਾਰਜ ਹੁੰਦੇ ਸਭ ਤੋਂ। ਮੰਨ ਲਓ ਸਭ ਤੋਂ ਇੱਕ Q1 ਆ, दूसरा सब तो Q2 आ ते इन्हां दे विचकार जिहड़े सैपरेटेड हुंदे आ इह सब तो डिस्टेंस इन्हां दे विचकार r हुंदा है। ते हुण जिहड़ा आ सब तो फोर्स आ एक फोर्स इधर नूं लग रही है, जे रिपल्शन हुंदी ते एक फोर्स इधर नूं लगदी पई आ ते आ जिहड़ी फोर्स आ इह सब तो जिहड़ी होऊगी 1 तो 2 होऊगी क्योंकि 1 लगा रिहा 2 ते। आ जिहड़ी फोर्स आ सब तो इह सब तो 2 तो 1 कहांगे इहनूं आपां 1 तो 2 मतलब कि आ जिहड़ी फोर्स आ 1 उधर ਨੂੰ ਲੱਗ ਰਹੀ ਆ ਤੇ ਲਗਾ ਕੌਣ ਰਿਹਾ 2 ਲਗਾ ਰਿਹਾ ਹੈ, ਇਸ ਕਰਕੇ ਆਪਾਂ ਇਹਨੂੰ ਫੋਰਸ 1 ਤੋਂ 2 ਕਵਾਂਗੇ, ਇਹਨੂੰ ਆਪਾਂ 2 ਤੋਂ 1 ਕਵਾਂਗੇ। ਤੇ ਸਿਮਿਲਰਲੀ ਇਦਾਂ ਇਹਨਾਂ ਦਾ ਸਤੋਂ ਵਿਚਕਾਰ ਡਿਸਟੈਂਸ ਹੁੰਦਾ ਹੈ। ਇੱਧਰ ਨੂੰ ਜਿਹੜਾ ਡਿਸਟੈਂਸ ਹੋਊਗਾ ਉਹਨੂੰ ਆਪਾਂ ਕਵਾਂਗੇ 1 ਤੋਂ 2 ਕਵਾਂਗੇ, ਜਿਹੜਾ ਇਹਨਾਂ ਦਾ ਯੂਨਿਟ ਵੈਕਟਰ ਹੋਊਗਾ। ਤੇ ਆ ਜਿਹੜਾ ਹੋਊਗਾ 2 ਤੋਂ 1 ਹੋਊਗਾ। ਹੁਣ ਜਿੱਦਾਂ ਆਪਾਂ ਉੱਥੇ ਫੋਰਸ ਕਰਦੇ ਸੀਗੇ ਕਿ ਜਿਹੜੀ ਫੋਰਸ ਹੁੰਦੀ ਸੀ ਸਭ ਤੋਂ ਕੂਲਮਸ ਲੋ ਦੀ 1/4 ਪਾਈ ਐਪਸਿਲਨ ਨੋਟ Q1 Q2 ਓਵਰ r ਸਕੁਅਰ ਸਭ ਤੋਂ ਆ ਫੋਰਸ ਹੁੰਦੀ ਸੀਗੀ। ਤੇ ਇਹਦੇ ਵਿਚਕਾਰ ਕਿ ਆਪਾਂ ਕੂਲਮਸ ਲੋ ਵੈਕਟਰ ਫਾਰਮ ਜੇ ਕਰਦੇ ਆ ਕਿ ਆਪਾਂ ਜਿਹੜੀ ਦੀ ਫੋਰਸ ਕੱਢਦੇ ਆ ਉਹ ਆਪਾਂ ਦੋ ਪੁਆਇੰਟ ਲੈ ਕੇ ਕੱਢਦੇ ਆ, ਇੱਕ 1 ਤੋਂ 2 ਲਵਾਂਗੇ, ਇੱਕ 2 ਤੋਂ 1 ਲਵਾਂਗੇ, ਪਰ ਕੱਢਦੇ ਆ ਮੈਗਨੀਟਿਊਡ ਦੀ ਫਾਰਮ ਵਿੱਚ। ਮੈਗਨੀਟਿਊਡ ਦੀ ਫਾਰਮ ਵਿੱਚ ਇਹ ਹੈ ਕਿ ਜਿਹੜਾ ਇਹਦੇ ਵਿਚਕਾਰ ਆਪਾਂ ਯੂਨਿਟ ਵੈਕਟਰ ਯੂਜ਼ ਕਰਦੇ ਆ ਮੈਗਨੀਟਿਊਡ ਨਾਲ ਉਹਦਾ ਯੂਨਿਟ ਵੈਕਟਰ ਦਾ ਸਾਨੂੰ ਪਤਾ ਹੈ ਮੈਗਨੀਟਿਊਡ 1 ਹੁੰਦਾ, ਉਹ ਚੀਜ਼ ਖਤਮ ਹੋ ਜਾਂਦੀ ਆ। ਜਿੱਦਾਂ ਹੁਣ ਮੰਨ ਲਓ ਆਪਾਂ ਪਹਿਲਾਂ ਇੱਕ ਫੋਰਸ ਲਵਾਂਗੇ 1 ਤੋਂ 2 ਲਵਾਂਗੇ, ਉਹ ਸਭ ਤੋਂ ਜਾਣੀ ਆ 1/4 ਪਾਈ ਐਪਸਿਲਨ ਨੋਟ, ਉਹ ਐਨਾ ਸਭ ਤੋਂ Q1 ਤੇ Q2 ਓਵਰ r ਸਕੁਅਰ। ਤੇ ਇੱਥੇ ਆਪਾਂ ਜਿਹੜਾ ਯੂਨਿਟ ਵੈਕਟਰ ਲਵਾਂਗੇ ਉਹ ਸਭ ਤੋਂ ਉਹਦਾ ਉਲਟਾ ਨਾ 2 ਤੋਂ 1, ਕਿਉਂਕਿ ਜੇ ਫੋਰਸ ਲੱਗ ਰਹੀ ਹੈ ਤੇ ਉਹਦੇ ਆਪੋਜ਼ਿਟ ਆਪਾਂ ਉਹਦਾ ਯੂਨਿਟ ਵੈਕਟਰ ਲਵਾਂਗੇ 2 ਤੋਂ 1। ਤੇ ਜੇ ਫੋਰਸ ਸਭ ਤੋਂ ਹੈਗੀ 2 ਤੇ 1 ਉਹਦੀ ਆਪਾਂ 1/4 ਪਾਈ ਐਪਸਿਲਨ ਨੋਟ Q2 Q1 ਓਵਰ r ਸਕੁਅਰ। ਇੱਥੇ ਸਭ ਤੋਂ ਆਊਗਾ 1 ਤੇ 2। ਪਰ ਜਦੋਂ ਆਪਾਂ ਇਹਨਾਂ ਦਾ ਮੈਗਨੀਟਿਊਡ ਕੱਢਾਂਗੇ ਦੋਨਾਂ ਦੀ ਜਿਹੜੀ ਫੋਰਸ ਆ ਉਹ ਸਭ ਤੋਂ ਇਕੁਅਲ ਆ ਜਾਣੀ ਆ 1 ਤੇ 2 ਤੇ 2 ਤੇ 1 ਦੀ 1/4 ਪਾਈ ਐਪਸਿਲਨ ਨੋਟ Q1 ਤੇ Q2 ਓਵਰ r ਸਕੁਅਰ। ਉਹ ਇਸ ਕਰਕੇ ਕਿਉਂਕਿ ਜਦੋਂ ਆਪਾਂ ਇਹਨਾਂ ਦਾ ਜੋ ਮੈਗਨੀਟਿਊਡ ਲਵਾਂਗੇ ਇਹਦਾ ਸਭ ਤੋਂ ਜਿਹੜਾ ਮੈਗਨੀਟਿਊਡ ਹੁੰਦਾ ਉਹ ਦੋਨਾਂ ਦਾ ਸਭ ਤੋਂ 1 ਹੁੰਦਾ ਆ। ਤੇ ਇੱਕ ਸਭ ਤੋਂ ਫੋਰਸ 네ਗੇਟਿਵ ਵੀ ਹੋ ਸਕਦੀ ਹੈ ਕਿਉਂਕਿ ਇੱਕ ਦੀ ਡਾਇਰੈਕਸ਼ਨ ਇਧਰ ਆ ਦੂਸਰੀ ਆਪੋਜ਼ਿਟ ਹੈ, ਇਸ ਕਰਕੇ ਦੂਸਰੀ 네ਗੇਟਿਵ ਵੀ ਹੋ ਸਕਦੀ। ਮੈਗਨੀਟਿਊਡ ਕਰਕੇ ਜਦੋਂ ਆਪਾਂ ਲਵਾਂਗੇ ਉਹ ਵੀ ਸਭ ਤੋਂ ਪਲੱਸ ਦੀ ਹੋਣੀ, ਮਤਲਬ ਕਿ ਜਦੋਂ ਆਪਾਂ ਇਹਨੂੰ ਮੈਗਨੀਟਿਊਡ ਕਵਾਂਗੇ ਉਹ ਦੋਨਾਂ ਦੀ ਅਲੱਗ-ਅਲੱਗ ਡਾਇਰੈਕਸ਼ਨ ਹੈ ਫੋਰਸ ਦੀ, ਪਰ ਉਹਨਾਂ ਦੀ ਜਿਹੜੀ ਫੋਰਸ ਆ ਉਹ ਸੇਮ ਹੋ ਜਾਣੀ ਸਭ ਤੋਂ। ਤੇ ਵੈਕਟਰ ਜਿਹੜੀ ਫਾਰਮ ਆਪਾਂ ਇਸ ਕਰਕੇ ਯੂਜ਼ ਕਰਦੇ ਆ। ਤੇ ਹੁਣ ਦੇਖੋ ਜਿੱਦਾਂ ਅੱਗੇ ਸਭ ਤੋਂ ਆਉਂਦੇ ਆ ਇੰਪੋਰਟੈਂਸ ਆਫ ਕੂਲਮਸ ਲੋ। Importance of Coulomb's law। ਹੁਣ ਫਸਟ ਇੰਪੋਰਟੈਂਸ ਤਾਂ ਇਹੀ ਆ ਕਿ ਜਦੋਂ ਆਪਾਂ ਫੋਰਸ ਕੀਤੀ ਹੈ ਜਿਹੜੀ ਇਹ ਉਹ ਸਭ ਤੋਂ ਇੱਕ ਤਾਂ ਇਕੁਅਲ ਆ ਤੇ ਦੂਸਰੀ ਸਭ ਤੋਂ ਹੈਗੀ ਆ ਆਪੋਜ਼ਿਟ। ਜਿੱਦਾਂ ਮੰਨ ਲਓ ਆਪਾਂ ਇਹ ਕਹਿ ਸਕਦੇ ਹਾਂ ਕਿ ਜਿਹੜਾ ਦੋਨਾਂ ਦਾ ਸਭ ਤੋਂ ਸਮ ਆ 1 ਤੋਂ 2 + 2 ਤੋਂ 1 = 0, मतलब कि फोर्स ਜਿਹੜੀ ਬਿਟਵੀਨ ਦੋ ਅਲੱਗ-ਅਲੱਗ ਡਾਇਰੈਕਸ਼ਨ ਚ ਆ ਉਹ ਰਿਪਲਸ਼ਨ ਚ ਆ ਤੇ ਉਹਨਾਂ ਦਾ ਸਭ ਸਮ ਹੈਗਾ 0। ਆਪਾਂ ਮੀਨਸ ਕਹਿ ਸਕਦੇ ਆ 1 ਤੋਂ 2 ਇੱਧਰ ਸਭ ਤੋਂ ਆ ਗਿਆ ਮਾਈਨਸ ਦਾ ਹੋ ਗਿਆ 2 ਤੋਂ 1 ਤੇ ਦੋਨਾਂ ਦੀ ਵੈਲਿਊ ਫਿਲ ਕਰ ਦੋ। ਇਹਦੀ ਵੈਲਿਊ ਹੈਗੀ 1/4 ਪਾਈ ਐਪਸਿਲਨ ਨੋਟ Q1 Q2 ਓਵਰ r ਸਕੁਅਰ। ਤੇ ਇੱਥੇ ਆ ਗਿਆ ਸਭ ਤੋਂ 2 1 ਯੂਨਿਟ ਵੈਕਟਰ ਤੇ ਇੱਧਰ ਆ ਗਿਆ ਸਭ ਤੋਂ -1/4 ਪਾਈ ਐਪਸਿਲਨ ਨੋਟ Q2 Q1 ਓਵਰ r ਸਕੁਅਰ ਤੇ 1 ਤੋਂ 2। ਹੁਣ ਦੇਖੋ ਆ ਸਾਰੀ ਚੀਜ਼ ਕੈਨਸਲ ਹੋ ਗਈ। ਸਭ ਤੋਂ ਸਿੰਪਲ ਬਚਿਆ ਕਿ ਯੂਨਿਟ ਵੈਕਟਰ 2 ਤੋਂ 1 = ਮਾਈਨਸ ਯੂਨਿਟ ਵੈਕਟਰ 1 ਤੋਂ 2। ਮਤਲਬ ਕਿ ਜੇ ਉਹ ਫੋਰਸਸ ਉਹਨਾਂ ਦੀ ਇਕੁਅਲ ਐਂਡ ਆਪੋਜ਼ਿਟ ਆ ਤੇ ਉਹਨਾਂ ਦੇ ਵਿਚਕਾਰ ਜਿਹੜਾ ਡਿਸਟੈਂਸ ਆ ਉਹ ਵੀ ਇਕੁਅਲ ਐਂਡ ਆਪੋਜ਼ਿਟ ਹੋਊਗਾ। ਫਸਟ ਇੰਪੋਰਟੈਂਸ ਤਾਂ ਇਹ ਹੋਵੇ ਕੂਲਮਸ ਲਾਅ ਦੀ। ਤੇ ਜਿਹੜੀ ਸੈਕੰਡ ਆਂਦੀ ਆ
ਸੈਕਿੰਡ ਇਹ ਆਂਦੀ ਹੈ ਕਿ ਆਪਾਂ ਜਿਹੜੇ ਦੋ ਇਹਨਾਂ ਦੇ ਵਿਚਕਾਰ ਪੁਆਇੰਟ ਯੂਜ਼ ਕੀਤੇ ਆ, ਦੋ ਚਾਰजेस ਯੂਜ਼ ਕੀਤੇ ਆ, ਉਹ ਸੈਂਟਰਲ ਨੇਚਰ ਹੁੰਦੇ ਆ। ਉਹ ਸੈਂਟਰਲ ਨੇਚਰ ਚ ਇਸ ਕਰਕੇ ਹੁੰਦੇ ਆ ਕਿਉਂਕਿ ਇੱਕ ਦੀ ਮੂਵਮੈਂਟ ਇੱਧਰ ਨੂੰ ਆ ਤੇ ਦੂਸਰੇ ਦੀ ਮੂਵਮੈਂਟ ਮਤਲਬ ਕਿ ਆਪਣੇ ਆਪ ਨੂੰ ਰਿਪੈਲ ਕਰਦੇ ਪਏ, ਅਟਰੈਕਟ ਕਰਦੇ ਪਏ ਆ। ਇਹਦੀ ਡਾਇਰੈਕਸ਼ਨ ਇੱਧਰ ਨੂੰ, ਇਹਦੀ ਡਾਇਰੈਕਸ਼ਨ ਇੱਧਰ ਨੂੰ ਆ ਤੇ ਸੈਂਟਰਿੰਗ ਦੇ ਨੇਚਰ ਵਿੱਚ ਆ, ਸੈਂਟਰਲ ਨੇਚਰ ਚ ਕਹਿ ਸਕਦੇ ਆਪਾਂ ਇਹਨੂੰ। ਸੈਕਿੰਡ ਇੰਪੋਰਟੈਂਟ ਇਹ ਆ ਕਿ ਜਿਹੜੇ ਦੋ ਚਾਰਜ ਇੰਟਰੈਕਟ ਕਰਦੇ ਆ, ਟੂ ਚਾਰਜ ਇੰਟਰੈਕਟ ਈਚ ਅਦਰ central in nature, सेंटर इन नेचर विच आ दोने पॉइंट चार्ज आ। सब तो इंपोर्टेंस हो गई कूलम्स लॉ ते उस तो अगे सब तो आ जांदा आ तो सब तो अगे आया है प्रिंसिपल ऑफ सुपरपोजिशन। प्रिंसिपल ऑफ सुपरपोजिशन। ਹੁਣ ਦੇਖੋ ਆਪਾਂ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਦੋ ਆਪਾਂ ਜਦੋਂ ਚਾਰਜ ਯੂਜ਼ ਕਰਦੇ ਆ ਤੇ ਦੋ ਚਾਰਜ ਨੂੰ ਯੂਜ਼ ਕਰਨ ਲਈ ਆਪਾਂ ਕੂਲਮਸ ਲਾਅ ਦਾ ਯੂਜ਼ ਕਰਦੇ ਆ। ਤੇ ਜਦੋਂ ਚਾਰਜ ਦੀ ਗਿਣਤੀ ਵੱਧ ਜਾਵੇ, ਦੋ ਤੋਂ ਜ਼ਿਆਦਾ ਹੋ ਜਾਵੇ ਗਿਣਤੀ, ਉਦੋਂ ਫਿਰ ਉਹ ਜਿਹੜਾ ਆ ਕੂਲਮਸ ਲਾਅ ਫੇਲ ਹੋ ਜਾਂਦਾ ਹੈ। ਉਹਲੇ ਆਪਾਂ ਨਵਾਂ ਇੱਕ ਲਾਅ ਯੂਜ਼ ਕਰਦੇ ਆ, ਉਹਨੂੰ ਕਹਿੰਦੇ ਆਪਾਂ ਪ੍ਰਿੰਸੀਪਲ ਆਫ ਸੁਪਰਪੋਜੀਸ਼ਨ। ਮਤਲਬ ਕਿ ਸਿੰਪਲ ਹੈ ਕਿ ਜਦੋਂ ਕੋਈ ਕਿਸੇ ਸਰਕਟ ਤੇ ਨੰਬਰ ਆਫ ਚਾਰਜ ਇੰਟਰੈਕਟ ਕਰ ਰਹੇ ਆ ਤੇ ਉਹਨਾਂ ਦੀ ਆਪਾਂ ਫੋਰਸ ਕੱਢਣੀ ਆ ਤਾਂ ਉਹਨੂੰ ਆਪਾਂ ਉਹਲੇ ਆਪਾਂ ਯੂਜ਼ ਕਰਾਂਗੇ ਪ੍ਰਿੰਸੀਪਲ ਆਫ ਸੁਪਰਪੋਜੀਸ਼ਨ। ਤੇ ਇਹ ਚ ਸਭ ਤੋਂ n ਟਾਈਮ ਚਾਰਜ ਹੋ ਸਕਦੇ ਆ, n ਟਾਈਮਸ ਚਾਰਜ ਹੋ ਸਕਦੇ ਆ ਸਭ ਤੋਂ ਇਹ ਚ। ਤੇ ਇਹ ਚ ਇਹ ਹੁੰਦਾ ਹੈ ਕਿ ਸਾਨੂੰ ਇੱਕ ਜਿਹੜਾ ਆ ਉਹ ਚਾਰਜ ਸਟਿਲ ਰੱਖਣਾ ਪੈਂਦਾ। ਜਿੱਦਾਂ ਮੰਨ ਲਓ ਮੈਂ Q1 ਇੱਧਰ ਮਿਡੇ ਰੱਖਿਆ, ਫਿਰ ਜਿਹੜੀ ਬਾਕੀ ਆ ਸਭ ਹੋ ਗਿਆ Q2, ਇਹਦੇ ਰੈਂਡਮਲੀ ਇੰਟਰੈਕਟ ਕਰਨਗੇ। ਸਭ ਹੋ ਗਿਆ Q3, ਸਭ ਹੋ ਗਿਆ Q4 ਹੋ ਗਿਆ ਸਭ ਤੋਂ, ਤੇ ਅਪ ਟੂ ਸੋਨ ਸਭ ਤੋਂ ਲਾਸਟ ਚਲ ਗਿਆ Qn ਚਲ ਗਿਆ। ਹੁਣ ਦੇਖੋ ਜਿਹੜੀ ਇੱਥੇ Q1 ਤੋਂ Q1 ਤੋਂ 2 ਗਿਆ, ਜਿਹੜੀ ਦੀ ਫੋਰਸ ਹੋਣੀ ਆ ਸਭ ਤੋਂ ਉਹ ਹੋਣੀ ਸਭ ਤੋਂ 1 ਤੋਂ 2, ਤੇ ਇਹਦਾ ਇਦਾਂ ਹੀ ਜਿਹੜਾ ਸਭ ਤੋਂ ਪੋਜੀਸ਼ਨ ਹੋਣੀ ਇਹਦੀ ਉਹ ਹੋਣੀ ਉਹ ਵੀ ਸਭ ਤੋਂ 1 ਤੋਂ 2 ਹੋਣੀ ਆ। ਸਿਮਿਲਰਲੀ ਜਦੋਂ ਇਹਦੀ ਫੋਰਸ ਜਾਊਗੀ ਸਭ ਤੋਂ ਉਹ ਵੀ ਸਭ ਤੋਂ ਜਾਊਗੀ 1 ਤੋਂ 3 ਜਾਊਗੀ, ਤੇ ਪੋਜੀਸ਼ਨ ਜਿਹੜੀ ਜਾਊਗੀ ਉਹ ਵੀ ਜਾਊਗੀ ਯੂਨਿਟ ਵੈਕਟਰ 1 ਤੋਂ 3। ਇਦਾਂ ਹੀ ਆ ਸਭ ਤੋਂ ਇਹ ਸਭ ਤੋਂ ਚਲ ਜਾਊਗਾ ਫੋਰਸ ਇਹਦੀ ਚਲ ਜਾਊਗੀ 1 ਤੋਂ 4, ਤੇ ਇਹਦੀ ਫੋਰਸ ਜਿਹੜੀ ਚਲ ਜਾਊਗੀ ਉਹ ਸਭ ਤੋਂ ਚਲ ਜਾਊਗੀ 1 ਤੋਂ n ਚਲ ਜਾਊਗੀ। ਤੇ ਇਦਾਂ ਹੀ ਆ ਜੇ ਮੰਨ ਲਓ ਮੈਂ ਹੋਰ ਕਿਸੇ ਦੀ ਪੋਜੀਸ਼ਨ ਵੀਡੀ ਚ ਸਟਿਲ ਕਰਦਾ ਵਾਂ, ਜਿੱਦਾਂ ਮੰਨ ਲਓ ਮੈਂ Q2 ਦੀ ਕਰ ਦਵਾਂ, ਹਰੇਕ ਨੂੰ ਇੱਕ ਵਾਰ ਸਟਿਲ ਰੱਖ ਲਓ ਤੇ ਫਿਰ ਇੱਧਰ ਜਾਊਂਗਾ ਹੁਣ Q3, ਤੇ ਪਹਿਲਾਂ ਮੰਨ ਲਓ 1 ਚਲ ਗਿਆ ਇੱਥੋਂ, फिर Q3 चल गया, फिर Q4 चल गया, फिर अप टू सोन Qn चल गया मान लो। ते हुण इधे फोर्स एदी जेहड़ी आनी आ, फोर्स एदी आनी आ 2 तो 1, एदी फोर्स आनी 2 तो 3, एदी फोर्स आनी आ 2 तो 4, ते एदी फोर्स आनी आ 2 तो n। ते सिमिलरली एदा भी सब तो जेहड़ा पोजीशन आना है वो 2 तो 1, 2 तो 3, 2 तो 4, 2 तो n आना। ਇਹਦੇ ਆਪਾਂ Q3 ਲਿਖ ਸਕਦੇ ਆ, ਫਿਰ Q4 ਲਿਖ ਸਕਦੇ ਆ, ਅਪ ਟੂ ਸੋਨ Qn ਵੀ ਲਿਖ ਸਕਦੇ ਆ। ਮਤਲਬ ਕਿ ਇਹਦੀ ਆਪਾਂ ਆਇਆ ਕਿ ਇੱਕ ਦੀ ਫੋਰਸ ਕੱਢਣੀ ਆਪਾਂ, ਜੇ ਮੰਨ ਲਓ ਸਿੰਪਲ ਪਹਿਲਾਂ ਫੋਰਸ ਕੱਢਣੀ ਆ ਮੈਂ, ਤਾਂ ਮੈਂ ਪਹਿਲਾਂ ਲਿਖੂੰਗਾ F1, ਜਿੱਦਾਂ ਮੰਨ ਲਓ ਮੈਂ ਆਹ ਵਾਲਾ F1 ਤੋਂ 2 ਲਿਖੂੰਗਾ ਪਹਿਲਾਂ, ਜੇ ਮੈਂ ਆਹ ਚਾਰਜ ਸਟਿਲ ਕੀਤਾ ਹੈ ਗੱਬੇ, ਤੇ ਫਿਰ ਮੈਂ ਲਿਖੂੰਗਾ ਕਿ 1 ਤੋਂ 3 ਲਿਖੂੰਗਾ, ਅਪ ਟੂ ਸੋਨ ਲਿਖੂੰਗਾ 1 ਤੋਂ n ਲਿਖੂੰਗਾ। ਤੇ ਜੇ ਅੱਗੇ ਸਿਮਿਲਰਲੀ ਹੋਰ ਕਿਸੇ ਦੀ ਕੱਢਣੀ ਆ, ਤੇ ਜਿੱਦਾਂ ਮੰਨ ਲਓ ਮੈਂ Q2 ਨੂੰ ਰੱਖਿਆ, ਇਹਨੂੰ ਮੈਂ ਲਿਖੂੰਗਾ ਇੱਥੇ Q21, ਫਿਰ ਅਗਲਾ ਸਭ ਤੋਂ ਆ ਜਾਣਾ 2 3, ਫਿਰ ਅਪ ਟੂ ਸੋਨ ਸਭ ਤੋਂ ਆ ਜਾਣਾ 2n। ਹੁਣ ਜਿੱਦਾਂ ਮੰਨ ਲਓ ਆ ਮੈਂ ਇਕੁਏਸ਼ਨ ਲੈ ਲੈਂਦਾ ਹਾਂ, ਇਕੁਏਸ਼ਨ ਤੇ ਸਾਨੂੰ ਪਤਾ ਹੈ ਕਿ ਜਦੋਂ ਮੈਂ ਹੁਣ ਪਿੱਛੇ ਵੈਕਟਰ ਫਾਰਮ ਕਰਕੇ ਆਇਆ ਉਹਦਾ ਰਿਜ਼ਲਟ ਇਹ ਸੀਗਾ 1/4 ਪਾਈ ਐਪਸਿਲਨ ਨੋਟ, ਇੱਥੇ ਸਭ ਤੋਂ ਆ ਜਾਣਾ। ਹੁਣ ਇੱਥੇ ਸ਼ੋ ਕਰ ਰਿਹਾ ਕਿ ਜਿਹੜੇ ਆਪਾਂ ਚਾਰਜ ਲੈਣੇ ਆ, ਇੱਕ ਲੈ ਲਿਆ Q1 ਤੇ ਦੂਸਰਾ ਲੈ ਲਿਆ Q2, ਨੀਚੇ ਆ ਗਿਆ ਸਭ ਤੋਂ r² ਤੇ ਨਾਲ ਸਭ ਤੋਂ ਇੱਧਰ ਆ ਗਿਆ r12 ਦਾ ਯੂਨਿਟ ਵੈਕਟਰ। ਤੇ ਇਦਾਂ ਹੀ ਸਿਮਿਲਰਲੀ ਅੱਗੇ 1/4 ਪਾਈ ਐਪਸਿਲਨ ਨੋਟ, ਇੱਥੇ ਵੀ ਸਭ ਤੋਂ ਹੁਣ ਇੱਥੇ 1 ਤੇ 3 ਆ, ਮਤਲਬ ਕਿ ਚਾਰਜ ਆਪਾਂ ਲਵਾਂਗੇ Q1 ਤੇ Q3 r², ਤੇ ਨਾਲ ਉਹਦੇ ਯੂਨਿਟ ਵੈਕਟਰ ਜਿਹੜਾ ਆਇਆ ਨਾ ਉਹ ਸਭ ਤੋਂ ਆਇਆ 1 ਤੋਂ 3 ਆਇਆ ਸਭ ਤੋਂ। इधर ही अप टू सोन 1/4 पाई एप्सिलॉन नॉट Q1 ਤੇ Qn ਫਿਰ ਲੈਣਾ ਓਵਰ r² यूनिट वेक्टर r1 to n आ जाना।
फिर जो उन्हां च कॉमन है, कॉमन उन्हां च की होना है 1/4 पाई एप्सिलॉन एस नॉट कॉमन है ते वो ਅਸੀਂ बाहर कढ देना है ते एक Q1 कॉमन है क्योंकि बाकी वेरी करते पे Q2 आ इथे Q3 आगे Q4 आ जाना फिर अप टू सम Qn आ जाना जो जो चीज कॉमन निकलदी है बाहर कढ के उस तो फोर्स हो जानी है एक सर्किट दी इदे ਆਪਾਂ दूसरे दी कढ सकते हैं जे ਹੋਰ कोई स्टिल करते हैं Q3 ਆਪਾਂ ਅੱਗੇ तीसरे दी कढ सकते हैं ਤੇ ਇਹਨੂੰ ਆਪਾਂ ਕਹਿੰਦੇ ਆ ਪ੍ਰਿੰਸੀਪਲ ਆਫ ਸੁਪਰਪੋਜੀਸ਼ਨ ਕਹਿੰਦੇ ਆਪਾਂ ਇਹਨੂੰ ਤੇ ਨੈਕਸਟ ਆਉਂਦਾ ਸਭ ਤੋਂ ਕੰਟੀਨਿਊਸ ਡਿਸਟ੍ਰੀਬਿਊਸ਼ਨ ਆਫ ਚਾਰजेस continuous distribution of charge ਹੁਣ ਕੰਟੀਨਿਊਸ ਡਿਸਟ੍ਰੀਬਿਊਸ਼ਨ ਜਿਹੜੀ ਚਾਰਜ ਦੀ ਆ मतलब कि चार्ज रैंडमली कितना मूव करता है ते किस डायरेक्शन ਵਿੱਚ ਕਰਦਾ ਹੈ ਤੇ ਹੁਣ ਕੰਟੀਨਿਊਸ ਡਿਸਟ੍ਰੀਬਿਊਸ਼ਨ ਚਾਰਜ ਜਿਹੜੀ ਸਭ ਤੋਂ ਤਿੰਨ ਤਰ੍ਹਾਂ ਦੀ ਹੋ ਸਕਦੀ ਹੈ 1 ਡਾਈਮੈਂਸ਼ਨ ਵੀ ਹੋ ਸਕਦੀ ਹੈ ਸਭ ਤੋਂ 2 ਡਾਈਮੈਂਸ਼ਨ ਵੀ ਹੋ ਸਕਦੀ ਹੈ ਤੇ 3 ਡਾਈਮੈਂਸ਼ਨ ਵੀ ਹੋ ਸਕਦੀ ਆ ਤੇ ਉਹ ਤਿੰਨਾਂ ਡਾਈਮੈਂਸ਼ਨਾਂ ਨੂੰ ਮਿਲਾ ਕੇ ਜਿਹੜੀ ਚਾਰਜ ਦੀ ਰੈਂਡਮਨੈਸ ਬਣਦੀ ਹੈ ਉਹਨੂੰ ਆਪਾਂ ਕਹਿੰਦੇ ਆ ਕੰਟੀਨਿਊਸ ਡਿਸਟ੍ਰੀਬਿਊਸ਼ਨ ਆਫ ਰੈਂਡਮਨੈਸ ਕਹਿੰਦੇ ਆ ਜਾਂ ਕੰਟੀਨਿਊਸ ਡਿਸਟ੍ਰੀਬਿਊਸ਼ਨ ਆਫ ਚਾਰਜ ਕਹਿੰਦੇ ਆ ਤੇ ਇਹ ਸਭ ਤੋਂ ਤਿੰਨ ਤਰ੍ਹਾਂ ਦੀ ਹੁੰਦੀ ਆ ਇੱਕ ਸਭ ਤੋਂ ਹੁੰਦੀ ਆ 1 ਡਾਈਮੈਂਸ਼ਨ ਹੁੰਦੀ ਆ ਤੇ ਦੂਸਰੀ ਹੁੰਦੀ ਹੈ ਸਭ ਤੋਂ 2 ਡਾਈਮੈਂਸ਼ਨ ਤੇ ਲਾਸਟ ਹੁੰਦੀ ਹੈ ਸਭ ਤੋਂ 3 ਡਾਈਮੈਂਸ਼ਨ ਇਹ ਤਿੰਨਾਂ ਨੂੰ ਮਿਲਾ ਕੇ ਆਪਾਂ ਕਹਿੰਦੇ ਆ ਕਿ ਕੰਟੀਨਿਊਸ ਡਿਸਟ੍ਰੀਬਿਊਸ਼ਨ ਆਫ ਚਾਰजेस ਤੇ ਹੁਣ ਜਿਹੜੀ ਪਹਿਲਾ 1 ਡਾਈਮੈਂਸ਼ਨ ਹੁੰਦੀ ਆ ਉਹਨੂੰ ਆਪਾਂ ਕਹਿੰਦੇ ਆ ਲੀਨੀਅਰ ਚਾਰਜ ਡੈਂਸਿਟੀ ਲੀਨੀਅਰ ਚਾਰਜ ਡੈਂਸਿਟੀ ਤੇ ਜਿਹੜੀ ਅਗਲੀ ਹੁੰਦੀ ਆ ਸਭ ਤੋਂ ਜਿਹੜੀ 2 ਡਾਈਮੈਂਸ਼ਨ ਹੁੰਦੀ ਆ ਉਹਨੂੰ ਆਪਾਂ ਕਹਿੰਦੇ ਆ ਸਰਫੇਸ ਚਾਰਜ ਡੈਂਸਿਟੀ ਤੇ ਜਿਹੜੀ ਲਾਸਟ ਹੁੰਦੀ ਆ 3 ਡਾਈਮੈਂਸ਼ਨ ਉਹਨੂੰ ਆਪਾਂ ਕਹਿੰਦੇ ਆ ਵੋਲਿਊਮ ਚਾਰਜ ਡੈਂਸਿਟੀ ਲੀਨੀਅਰ ਚਾਰਜ ਡੈਂਸਿਟੀ ਇੱਕ ਇਦਾਂ ਦੀ ਚੀਜ਼ ਆ ਜਿੱਦਾਂ ਹੁਣ ਮੰਨ ਲਓ ਕੋਈ ਸਿੰਪਲ ਰੋਡ ਲੈਣੇ ਆ ਫੋਰ ਐਗਜ਼ਾਮਪਲ ਇਹ ਚ ਆਪਾਂ ਰੋਡ ਲੈਣੇ ਆ ਕੋਈ ਰੋਡ ਆ ਤੇ ਰੋਡ ਨੂੰ ਮੰਨ ਲਓ ਆਪਾਂ ਹੌਟ ਕਰਨਾ ਸਟਾਰਟ ਕਰਤਾ ਗਰਮ ਕਰਨਾ ਸਟਾਰਟ ਕਰਤਾ ਉਹਦੇ ਜਿਹੜੇ ਚਾਰਜ ਆ ਉਹ ਜਿੱਦਾਂ ਮੰਨ ਲਓ ਆ ਰੋਡ ਆ ਜੇ ਉਹਨੂੰ ਇੱਕ ਐਂਡ ਤੋਂ ਆਪਾਂ ਗਰਮ ਕਰਨਾ ਸਟਾਰਟ ਕਰਦੇ ਆ ਉਹਦੇ ਚਾਰਜ ਜਿਹੜੇ ਇੱਥੇ ਡਿਵੈਲਪ ਹੋਣੇ ਸਟਾਰਟ ਹੋ ਜਾਣੇ ਆ ਤੇ ਇੱਕ ਟਾਈਮ ਤੇ ਜਦੋਂ ਇਹਨੂੰ ਹੀਟ ਆਪਣੀ ਪੂਰੀ ਮਿਲ ਗਈ ਉਹ ਚਾਰਜ ਅੱਗੇ ਟ੍ਰਾਂਸਫਰ ਹੋਣਾ ਸਟਾਰਟ ਹੋ ਜਾਣਾ मतलब कि कोई एक चीज ਜਿਹੜੀ ਇੱਕ ਡਾਈਮੈਂਸ਼ਨ ਆ ਉਹਨੂੰ ਆਪਾਂ ਕਹਿ ਦਵਾਂਗੇ ਲੀਨੀਅਰ ਚਾਰਜ ਡੈਂਸਿਟੀ ਜਿੱਥੋਂ ਜਿਹੜੀ ਉਹਦੀ ਚਾਰਜ ਇੱਕ ਐਂਡ ਤੋਂ ਜਾ ਕੇ ਦੂਸਰੇ ਐਂਡ ਤੱਕ ਚਾਰਜ ਦੀ ਟ੍ਰਾਂਸਫਰਮੇਸ਼ਨ ਹੋਊਗੀ ਉਹਨੂੰ ਆਪਾਂ ਕਹਿ ਦਵਾਂਗੇ ਲੀਨੀਅਰ ਚਾਰਜ ਡੈਂਸਿਟੀ ਤੇ ਸਰਫੇਸ ਚਾਰਜ ਡੈਂਸਿਟੀ ਉਹ ਆ ਜਾਂਦੀ ਹੈ ਜਿਹਦੇ ਵਿੱਚ ਸਭ ਤੋਂ 2 ਡਾਈਮੈਂਸ਼ਨ ਆ ਲਾਈਕ ਕੋਈ ਚੀਜ਼ ਸਭ ਤੋਂ ਐਦਾਂ ਦੀਆਂ ਜਿਹੜੀਆਂ ਸਭ ਤੋਂ 2 ਡਾਈਮੈਂਸ਼ਨ ਆ ਆਮੋ ਸਾਹਮਣੇ ਵਾਲੀਆਂ ਸਭ ਤੋਂ 2 ਡਾਈਮੈਂਸ਼ਨਾਂ ਹੋ ਗਈਆਂ ਜਾਂ ਕੋਈ ਸਰਫੇਸ ਆ ਕਿਸੇ ਚੀਜ਼ ਦਾ ਸਰਫੇਸ ਆ ਉਹਨੂੰ ਆਪਾਂ ਕਹਿ ਦਵਾਂਗੇ ਸਰਫੇਸ ਚਾਰਜ ਡੈਂਸਿਟੀ ਕਹਿ ਦਵਾਂਗੇ ਤੇ ਉਸ ਤੋਂ ਬਾਅਦ ਸਭ ਤੋਂ ਆਏਗਾ ਵੋਲਿਊਮ ਚਾਰਜ ਡੈਂਸਿਟੀ ਵੋਲਿਊਮ ਚਾਰਜ ਡੈਂਸਿਟੀ ਇਹ ਹੈ ਕਿ ਕੋਈ ਸਭ ਤੋਂ ਇਦਾਂ ਦੀ ਚੀਜ਼ ਕਿ ਆਪਾਂ ਕੋਈ ਇਦਾਂ ਦਾ ਸਭ ਤੋਂ ਚੀਜ਼ ਆ ਕੋਈ ਮੰਨ ਲਓ ਬਾਕਸ ਆ ਕਿ ਉਹ ਚ ਆਪਾਂ ਜਿੰਨੀ ਚੀਜ਼ ਪਾਈ ਉਹ ਚ ਉਨੀ ਪੈ ਜਾਵੇ ਤਾਂ ਆਪਾਂ ਉਹਨੂੰ ਬੰਦ ਕਰ ਸਕੀਏ ਮਤਲਬ ਕਿ ਜਿਹੜਾ ਕਲੋਜ਼ਡ ਹੋਵੇ ਜਿਹੜੀਆਂ ਤਿੰਨ ਡਾਈਮੈਂਸ਼ਨਾਂ ਉਹਨਾਂ ਨੂੰ ਆਪਾਂ ਕਹਿੰਦੇ ਵੋਲਿਊਮ ਚਾਰਜ ਡੈਂਸਿਟੀ ਕਹਿੰਦੇ ਜਿੱਦਾਂ ਮੰਨ ਲਓ ਕੋਈ ਬਾਕਸ ਹੋ ਗਿਆ ਕੋਈ ਕੰਟੇਨਰ ਹੋ ਗਿਆ ਜਿਸ ਚ ਜਿੰਨਾ ਕੁ ਵੋਲਿਊਮ ਉਹਦਾ ਪੈਂਦਾ ਹੈ ਉਹਨਾਂ ਕੁ ਪਾ ਲਈਏ ਤੇ ਉਹਨੂੰ ਆਪਾਂ ਕਹਿੰਦੇ ਤੇ ਵੋਲਿਊਮ ਚਾਰਜ ਡੈਂਸਿਟੀ ਕਰਵਾਂਗੇ ਤੇ ਹੁਣ ਲੀਨੀਅਰ ਚਾਰਜ ਡੈਂਸਿਟੀ ਦਾ ਜਿਹੜਾ ਫਾਰਮੂਲਾ ਹੁੰਦਾ ਉਹਨੂੰ ਆਪਾਂ ਕਰਦੇ ਆ ਲੈਮਡਾ ਨਾਲ ਡਿਨੋਟ ਕਰਦੇ ਆ ਲੀਨੀਅਰ ਚਾਰਜ ਡੈਂਸਿਟੀ ਨੂੰ ਆਪਾਂ ਲੈਮਡਾ ਨਾਲ ਡਿਨੋਟ ਕਰਦੇ ਆ ਤੇ ਉਹਦੀ ਜਿਹੜਾ ਫਾਰਮੂਲਾ ਹੁੰਦਾ ਉਹ ਸਭ ਤੋਂ ਹੁੰਦਾ ਆ ਕਿ ਕਿੰਨਾ ਚਾਰਜ ਆ ਉਸ ਰੋਡ ਤੇ ਜਿਹੜੀ ਮੈਂ ਐਗਜ਼ਾਮਪਲ ਲਈ ਸੀ ਓਵਰ ਉਹ ਰੋਡ ਦੀ ਕਿੰਨੀ ਲੈਂਥ ਆ ਸਭ ਤੋਂ ਤੇ ਉਸ ਤੋਂ ਬਾਅਦ ਸਭ ਤੋਂ ਹੁੰਦਾ ਸਰਫੇਸ ਚਾਰਜ ਡੈਂਸਿਟੀ ਨੂੰ ਆਪਾਂ ਸਿਗਮਾ ਨਾਲ ਡਿਨੋਟ ਕਰਦੇ ਆ ਤੇ ਉਹਦੀ ਵੈਲਿਊ ਸੇਮ ਹੁੰਦੀ ਕਿ ਉਹ ਚ ਵੀ ਕਿੰਨਾ ਚਾਰਜ ਆ ਉਹਦੇ ਕੇਸ ਐਂਡ ਤੇ ਚਾਰਜ ਕਿੰਨਾ ਹੈ ਸਭ ਤੋਂ ਡਿਵਾਈਡਡ ਬਾਈ ਹੁਣ ਆਪਾਂ ਸਰਫੇਸ ਕਰਦੇ ਪਏ ਆ ਮੀਨਸ ਆਪਾਂ ਉਹਦਾ ਏਰੀਆ ਲਵਾਂਗੇ ਜਿੱਦਾਂ ਕੋਈ 1 ਡਾਈਮੈਂਸ਼ਨ ਚੀਜ਼ ਆ ਉਹਦੀ ਆਪਾਂ ਲੈਂਥ ਲਵਾਂਗੇ ਕੋਈ ਸਭ ਤੋਂ 2 ਡਾਈਮੈਂਸ਼ਨ ਆ ਆਪਾਂ ਉਹਦਾ ਏਰੀਆ ਕਵਰ ਕਰਾਂਗੇ ਕਿ ਕਿੰਨਾ ਏਰੀਆ ਹੈ ਕਿੰਨੇ ਏਰੀਆ 'ਚ ਚਾਰਜ ਡਿਵੈਲਪ ਹੋਏ ਆ ਉਸ ਤੋਂ ਬਾਅਦ ਸਭ ਤੋਂ ਆਉਂਦਾ ਲਾਸਟ ਚਾਰਜ ਡੈਂਸਿਟੀ ਸਭ ਤੋਂ ਆਉਂਦਾ ਵੋਲਿਊਮ ਚਾਰਜ ਡੈਂਸਿਟੀ ਉਹਨੂੰ ਆਪਾਂ ਡਿਨੋਟ ਕਰਦੇ ਆ ਈਟਾ ਨਾਲ ਡਿਨੋਟ ਕਰਦੇ ਆ ਜਾਂ ਕੁਝ ਈਟਾ ਨਾਲ ਡਿਨੋਟ ਕਰਦੇ ਆ ਆਪਾਂ ਉਹ ਹੁੰਦੀ ਸਭ ਤੋਂ ਵੋਲਿਊਮ ਚਾਰਜ ਡੈਂਸਿਟੀ ਤੇ ਉਦੋਂ ਜਿਹੜਾ ਆਪਾਂ ਉਹਦੇ ਉੱਚ ਵੀ ਸੇਮ ਹੀ ਹੁੰਦਾ ਕਿ ਉਹ ਚ ਚਾਰਜ ਕਿੰਨਾ ਹੈ ਡਿਵਾਈਡਡ ਬਾਈ ਉਹਦਾ ਸਭ ਤੋਂ ਵੋਲਿਊਮ ਕਿੰਨਾ ਹੈ ਤੇ ਇਹਨੂੰ ਆਪਾਂ ਲੈਂਦੇ ਆ ਚੀਜ਼ ਆ ਸਤੋਂ ਇਹਨੂੰ ਆਪਾਂ ਲੈਂਡਾ ਨਾਲ ਡਿਨੋਟ ਕਰਦੇ ਆ ਉਹਨੂੰ ਆਪਾਂ ਸਿਗਮਾ ਨਾਲ ਡਿਨੋਟ ਕਰਦੇ ਆ ਤੇ ਉਹਨੂੰ ਆਪਾਂ ਜਾਂ ਇਹਨੂੰ ਆਪਾਂ ਰੋ ਨਾਲ ਡਿਨੋਟ ਕਰ ਸਕਦੇ ਆ ਰੋ ਵੀ ਕਹਿੰਦੇ ਆ ਆਪਾਂ ਇਹਨੂੰ ਰੋ ਨਾਲ ਡਿਨੋਟ ਕਰ ਸਕਦੇ ਆ ਸਿਗਮਾ ਹੋ ਗਿਆ ਸਤੋਂ ਤੇ ਉਹ ਸਤੋਂ ਹੋ ਗਿਆ ਲੈਂਡਾ ਹੋ ਗਿਆ ਤੇ ਸਿਮਿਲਰ ਤੇ ਆਪਾਂ ਇਹਨਾਂ ਦੀ ਅੱਗੇ ਕੂਲਮਸ ਲਾਅ ਯੂਜ਼ ਕਰਕੇ ਆਪਾਂ ਇਹਨਾਂ ਦੀਆਂ ਡੈਰੀਵੇਸ਼ਨਾਂ ਕਰ ਸਕਦੇ ਆ ਜੇ ਆਪਾਂ ਇਹਨਾਂ ਦੀ ਕਿ ਕਿੰਨੀ ਚਾਰਜ ਦੀ ਡਿਸਟ੍ਰੀਬਿਊਸ਼ਨ ਹੋਈ ਆ ਉਹ ਆਪਾਂ ਕਰ ਸਕਦੇ ਆ ਫੋਰਸ ਦੇ ਅਕੋਰਡਿੰਗ ਜਿੱਦਾਂ ਹੁਣ ਮੰਨ ਲਓ ਸਤੋਂ
ਆ ਸਾਤੋਂ ਮੰਨ ਲਓ ਇੱਥੇ ਦੋ ਪੋਜੀਸ਼ਨ ਵੈਕਟਰ ਆ ਮੰਨ ਲਓ ਲਾਈਨ ਲਾ ਲਓ ਇੱਥੇ ਸਾਤੋਂ ਜਿਹੜੀ ਆਪਾਂ ਫੋਰਸ ਦੀ ਉੱਥੇ ਲੈਣੀ ਆ ਸਾਤੋਂ ਆ ਸਾਤੋਂ ਮੰਨ ਲਓ ਇੱਥੇ ਸਾਤੋਂ Q1 ਆ ਸਾਤੋਂ Q2 ਆ ਤੇ ਆ ਦੋ ਸਾਤੋਂ ਇਹਨਾਂ ਦੀ ਡਾਈਮੈਂਸ਼ਨ ਨੂੰ ਮਿਲਾਉਂਦਾ ਆ ਪੁਆਇੰਟ आ सातों हो गया R1 आ हो गया सातों R2 हो गया ते आ सातों जेड़ा कल्ला R हो गया ते आ फोर्स लगदी पई साडे दोनों एंड ते जेडी आपां कीती सी आ सातों 1 तो 2 ते आ सातों लगदी पई 2 तो 1 लगदी पई है ते हुण जे आपां फोर्स दी गल करिए ते आपां फोर्स करते आए हां कि 1/4 पाई एप्सिलॉन नॉट ਇੱਥੇ ਆਂਦਾ ਸਾਤੋਂ ਮੰਨ ਲਓ ਮੈਂ ਇੱਕ ਲੈ ਲੈਂਦਾ Q ਤੇ ਦੂਸਰਾ ਪੁਆਇੰਟ ਚਾਰਜ ਲੈ ਲੈਂਦਾ ਮੰਨ ਲਓ ਇੱਥੇ ਇੱਕ ਲੈ ਲੈਂਦਾ Q ਤੇ ਦੂਸਰਾ ਲੈ ਲੈਂਦਾ Q ਨੋਟ ਲੈ ਲੈਂਦਾ ਉਹ ਵੀ ਦੱਸਦਾ ਕਿਉਂ ਲਿਆ ਇੱਥੇ ਤੇ ਨੀਚੇ ਆਪਾਂ ਲੈ ਲੈਂਦੇ ਆ R ਦਾ ਸਕੁਅਰ ਤੇ ਹੁਣ ਦੇਖੋ ਜਦੋਂ ਆਪਾਂ ਇਹਦੀ ਵੈਲਿਊ ਅੱਗੇ ਕੱਢਣੀ ਆ ਮੰਨ ਲਓ ਕਿ ਇਹ ਚ ਆਪਾਂ ਫੋਰਸ ਦਾ ਚੇਂਜ ਕਿੰਨਾ ਹੋਇਆ ਕੰਟੀਨਿਊ ਡਿਸਟ੍ਰੀਬਿਊਸ਼ਨ ਆਫ ਚਾਰਜ ਕੱਢਣਾ ਹੈ ਕਿ ਉਹ ਚ ਡਿਸਟ੍ਰੀਬਿਊਟ ਕਿੰਨਾ ਹੋਇਆ ਚਾਰਜ ਉਹ ਆਪਾਂ ਸਮਾਲ ਫੋਰਸ ਲੈਂਦੇ डी ऑफ लेने आ सातों आना 1/4 पाई एप्सिलॉन नॉट ਇੱਥੇ ਆ ਗਿਆ ਸਾਤੋਂ ਚੇਂਜ ਜਿੱਥੇ ਹੋਣਾ ਸਾਤੋਂ dq ਇੱਥੇ q ਨੋਟ ਆ ਜਾਣਾ ਕੱਲਾ ਤੇ ਨੀਚੇ ਆ ਗਿਆ ਸਾਤੋਂ r ਸਕੁਅਰ ਤੇ ਹੁਣ ਜਿੱਦਾਂ ਮੰਨ ਲਓ ਜੇ ਤਾਂ ਮੈਂ ਲੈਣਾ ਹੈ ਲੀਨੀਅਰ ਚਾਰਜ ਡੈਂਸਿਟੀ ਲੀਨੀਅਰ ਚਾਰਜ ਡੈਂਸਿਟੀ ਦੇ ਅਕੋਰਡਿੰਗ ਸਾਨੂੰ ਹੁਣ ਪਤਾ ਆਪਾਂ ਹੁਣੇ ਕਰਕੇ ਆਏ ਕਿ ਲੈਮਡਾ ਇਕੁਅਲ ਟੂ ਸੀਗਾ ਸਾਤੋਂ q/n ਤੇ ਜੇ ਮੈਂ ਸਮਾਲ ਲੈ ਲੈਣਾ ਹੈ ਕਿ ਸਮਾਲ ਚੇਂਜ ਹੋਇਆ ਆ आ लैम्डा ਦਾ ਹੁਣ ਸਭ ਤੋਂ ਕਾਂਸਟੈਂਟ ਹੈ ਇੱਧਰ ਆਇਆ ਸਭ ਤੋਂ dq/dl ਤੇ ਕ੍ਰਾਸ ਮਲਟੀਪਲਾਈ ਕਰਕੇ ਸਭ ਤੋਂ ਆ ਗਿਆ dq λ dl ਤੇ ਆਪਾਂ ਇੱਥੇ ਦਾ ਯੂਜ਼ ਕਰ ਸਕਦੇ ਹਾਂ ਮੰਨ ਲਓ ਜਿਹੜੀ ਪਹਿਲੀ ਇਕੁਏਸ਼ਨ ਹੈ ਇੱਥੇ ਮੈਂ ਯੂਜ਼ ਕਰ ਲੈਂਦਾ ਯੂਜ਼ਿੰਗ ਇਨ ਵਨ ਦਾ ਰਿਜ਼ਲਟ ਉਹ ਸਭ ਤੋਂ ਆਣਾ df 1/4 ਪਾਈ ਐਪਸਿਲॉन ਨॉट ਇੱਥੇ ਆ ਗਿਆ ਸਭ ਤੋਂ dq ਦੀ ਵੈਲਿਊ ਪੁੱਟ ਕਰ ਦਿਓ λ dl q ਨॉट r ਸਕੁਅਰ ਤੇ ਹੁਣ ਆਪਾਂ ਇਹ ਸਭ ਤੋਂ ਡੈਰੀਵੇਟਿਵ ਹਟਾਉਣ ਲਈ ਆਪਾਂ ਟੋਟਲ ਫੋਰਸ ਕੱਢਣੀ ਆ ਇਹ ਸਭ ਤੋਂ ਸਮਾਲ ਫੋਰਸ ਆ ਉਹ ਲਈ ਆਪਾਂ ਇੰਟੀਗਰਲ ਕਰ ਦਿੰਦੇ ਆ ਤੇ ਇੰਟੀਗਰਲ ਕਰਾਂਗੇ ਤਾਂ ਸਭ ਤੋਂ ਪਹਿਲਾਂ ਰਹਿ ਜਾਣਾ f ਤੇ ਇੱਧਰ ਸਭ ਤੋਂ ਇੰਟੀਗ੍ਰੇਸ਼ਨ ਆ ਜਾਣੀ ਤੇ ਇੰਟੀਗ੍ਰੇਸ਼ਨ ਤੋਂ ਜਿਹੜੀਆਂ ਕਾਂਸਟੈਂਟ ਚੀਜ਼ਾਂ ਬਾਹਰ ਕੱਢ ਦੋ 1/4 ਪਾਈ ਐਪਸਿਲॉन ਨॉट ਵੀ ਬਾਹਰ ਤੇ ਸਭ ਤੋਂ ਬਾਹਰ ਆ ਗਿਆ q ਨॉट ਵੀ ਬਾਹਰ ਆ ਗਿਆ ਸਭ ਤੋਂ r ਸਕੁਅਰ ਵੀ ਬਾਹਰ ਆ ਗਿਆ ਤੇ ਅੰਦਰ ਸਿੰਪਲ ਸਭ ਤੋਂ ਰਹਿ ਗਿਆ ਲੈਮਡਾ dl ਰਹਿ ਗਿਆ ਤੇ ਲੈਮਡਾ ਵੀ ਬਾਹਰ ਆਣਾ ਤੇ ਇਸ ਦਾ ਚਾਰ ਫੋਰਸ ਆਣ ਸਭ ਤੋਂ सिमिलरली ਆਪਾਂ दूसरे ही कर सकते हैं जे मान लो मैं करूंगा सरफेस चार्ज डेंसिटी करूंगा सरफेस चार्ज डेंसिटी किहदे बराबर होंदी है वो सब तो यानी है सिग्मा इक्वल टू q अपॉन a फिर सिमिलरली होगा कि q इक्वल टू ਇੱਥੇ सब तो है ना dq ओवर dA ਇੱਥੇ क्रॉस मल्टीप्लाई करके dq ਦੀ ਵੈਲਿਊ ਕੱਢ ਲੈਣੀ ਫਿਰ dq ਦੀ ਥਾਂ ਤੇ ਜਿਹੜੀ ਆ ਵੈਲਿਊ ਆਈ ਆ ਇੱਥੇ ਆ ਪੁੱਟ ਕਰ ਦੇਣੀ ਆ ਇੱਥੇ ਹੈ ਨਾ सब तो सिग्मा * dA ਆਣਾ ਇਹਦੀ ਥਾਂ ਤੇ फिर आप ਇੱਥੇ ਪੁੱਟ ਕਰ ਸਕਦੇ ਹਾਂ ਤੇ ਹੁਣ ਮੈਂ ਇੱਥੇ q ਕਿਉਂ ਲਿਆ ਸੀਗਾ ਕਿਉਂਕਿ ਜੇ ਮੰਨ ਲਓ ਮੈਂ q1 ਲੈ ਲੈਂਦਾ ਫਿਰ ਇੱਥੇ ਵੀ ਮੈਨੂੰ q1 ਲੈਣਾ ਪੈਣਾ ਸੀ ਕਿਉਂਕਿ ਇੱਥੇ ਮੈਂ ਨੋਟੇਸ਼ਨ ਜਿਹੜੀ ਲਈ ਸੀਗੀ ਇਹਨਾਂ 'ਚ ਜਿਹੜੀਆਂ ਤਿੰਨੇ ਡੈਂਸਿਟੀਆਂ ਦਿੱਤੀਆਂ ਇੱਥੇ ਮੈਂ q ਲਈ ਸੀ ਤੇ ਜੇ ਮੈਂ ਇਹਨਾਂ ਨੂੰ ਚੇਂਜ ਨਾ ਕਰਦਾ q1 ਤੇ q2 ਰਹਿ ਜਾਂਦਾ ਫਿਰ ਮੈਨੂੰ ਇੱਥੇ ਕਰਨਾ ਪੈਣਾ ਸੀਗਾ q1 ਤੇ q2 ਫਿਰ ਇਹ ਆ ਕਿ ਇਹ ਦੋਨੇ ਸਭ ਤੋਂ ਵੇਰੀ ਹੋਣੇ ਸੀ ਫਿਰ ਦੋਨਾਂ ਦਾ dq ਲੱਗ ਜਾਣਾ ਸੀ ਇਸ ਕਰਕੇ ਆ ਜਿਹੜਾ ਹੁਣ ਇਹ ਟੈਸਟ ਚਾਰਜ ਆ ਸਟੇਲ ਦਾ ਇੱਥੇ ਕੋਈ ਚੇਂਜ ਨਹੀਂ ਆਇਆ ਜੇ ਚੇਂਜ ਆਇਆ ਤਾਂ ਜਿਹੜਾ ਵਰਕ ਕਰਦਾ ਪਿਆ ਨਾਲ ਦਾ ਇਹਦਾ ਚਾਰਜ ਉਹ ਉੱਤੇ ਆਊਗਾ ਚੇਂਜ ਇਸ ਕਰਕੇ ਆਪਾਂ ਇਹਨੂੰ ਕਰ ਦਵਾਂਗੇ dq ਤਾਂ ਕਰਕੇ ਆਪਾਂ ਇੱਥੇ ਕਿਉਂ ਲਿਆ ਸੀ ਤੇ ਇਹਦੇ ਨਾਲ ਫਸਟ ਚੈਪਟਰ ਸਾਡਾ ਕੰਪਲੀਟ ਹੋ ਗਿਆ ਤੇ ਨੈਕਸਟ ਟਾਈਮ ਮੈਂ ਇਹ ਨਿਊਮੈਰੀਕਲ ਕਰਾਉਂਗਾ ਕੂਲਮਸ ਲਾਅ ਦੇ ਫਿਲਹਾਲ ਅੱਜ ਲਈ ਇੰਨਾ ਬਹੁਤ ਆ।